ਕਹਿਣਾ ਨਾ ਪਵੇ ਜੀ ਤੁਸੀਂ ਚੁੱਪ ਦਾ ਦਾਨ ਬਖਸ਼ੋ। ਇਹ ਸਾਡੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਉਂਕਿ ਮੈਂ ਆਰੰਭਤਾ ਦੇ ਪਹਿਲੇ ਦੀਵਾਨ 'ਚ ਗੱਲ ਕਹੀ ਸੀਗੀ, ਇਹ ਕੋਈ ਸਮਾਗਮ ਦੀ ਤਰ੍ਹਾਂ ਨਾ ਇਹਨੂੰ ਲਵੋ ਜੀ। ਆਪਾਂ ਯਾਦ ਕਰਨ ਬੈਠੇ ਉਹਨਾਂ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਸਾਡੇ ਲਈ ਦਿੱਤੀ ਹੈ ਜੀ। ਆਓ ਇੱਕ ਵਾਰੀ ਆਪਣੇ ਮਨ ਨੂੰ ਇਕਾਗਰ ਚਿੱਤ ਕਰੀਏ ਜੀ, ਵਾਹਿਗੁਰੂ ਦਾ ਸਿਮਰਨ ਕਰਕੇ ਫਿਰ ਅਗਲੇ ਇਤਿਹਾਸ ਵੱਲ ਜੁੜਦੇ ਹਾਂ ਜੀ। ਸਤਿਗੁਰ ਕਿਰਪਾ ਕਰਨ। ਵਾਹਿਗੁਰੂ 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 ਵਾਹਿਗੁਰੂ। ਆਪਾਂ ਨੇ ਕੱਲ ਸਰਵਣ ਕੀਤਾ ਜੀ ਕਿ 7 ਮਹੀਨੇ ਦੇ ਘੇਰੇ ਤੋਂ ਬਾਅਦ ਸਤਿਗੁਰ ਜੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਵਾਸਤੇ ਤਿਆਰ ਹੋ ਜਾਂਦੇ ਆ। ਨਾ ਕਿਸੇ ਲਾਲਚ ਵਿੱਚ ਆ ਕੇ, ਨਾ ਬੇਬਸ ਹੋ ਕੇ, ਨਾ ਦੁਖੀ ਹੋ ਕੇ, ਸਿਰਫ ਤੇ ਸਿਰਫ ਸਤਿਗੁਰ ਜੀ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਨ ਦੇ ਬਦਲੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਆ ਜੀ। ਫਿਰ ਬੇਨਤੀ ਕਰਾਂ ਜੀ, ਬੜਾ ਤੁਸੀਂ ਵੈਸੇ ਹੱਥ ਨਹੀਂ ਖੜਾ ਕਰਦੇ ਜਦੋਂ ਵੀਰ ਜੀ ਬਾਅਦ ਚੋਂ ਸਵਾਲ ਪੁੱਛਦੇ ਆ ਨਾ, ਅਸੀਂ ਹੱਥ ਹੇਠਾਂ ਕਰ ਲੈਂਦੇ ਆ। ਤੇ ਸਾਨੂੰ ਖੁਦ ਨੂੰ ਬਾਅਦ ਚੋਂ ਫੀਲ ਹੋਣਾ ਚਾਹੀਦਾ ਕਿ ਅਸੀਂ ਇੱਕ ਕਲਾਸ ਦੀ ਤਰ੍ਹਾਂ ਵੀ ਬੈਠੇ ਆ। ਅਸੀਂ ਅੱਧਾ ਘੰਟਾ ਬੈਠ ਕੇ ਜਦੋਂ ਸਵਾਲ ਪੁੱਛਿਆ ਜਾਂਦਾ ਆ, ਅਸੀਂ ਸਿਰ ਹੇਠਾਂ ਸਿੱਟ ਲੈਂਦੇ ਆ। ਮਾਫ ਕਰੋ, ਇੱਥੇ ਤੁਸੀਂ ਆਪ ਦੇਖਣਾ ਕਿ ਅਸੀਂ ਅੱਧੇ ਘੰਟੇ 'ਚ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕੇ। ਇਸ ਕਰਕੇ ਬੜੇ ਪਿਆਰ ਨਾਲ ਮੈਂ ਬੋਲ ਰਿਹਾ, ਕੱਲਾ ਕੱਲਾ ਅੱਜ ਵੀ ਸਿੰਘਾਂ ਦੇ ਨਾਮ ਆਉਣੇ ਆ। ਜੇ ਨਹੀਂ ਪਤਾ ਲੱਗਦਾ ਤਾਂ ਮੈਂ ਫਿਰ ਰਿਪੀਟ ਕਰ ਦਾਂਗਾ, ਪਰ ਇਹ ਹੋਵੇ ਕਿ ਜਦੋਂ ਵੀਰ ਜੀ ਉੱਥੇ ਖੜ ਕੇ ਕੋਈ ਸਵਾਲ ਪੁੱਛੇ, ਇਹ ਨਹੀਂ ਕਿ ਇੱਕ ਬੰਦੇ ਦਾ ਹੱਥ ਖੜਾ ਹੋਵੇ। ਜਦੋਂ ਵੀਰਾਂ ਪਾਸੋਂ ਵਾਰੀ ਆਵੇ ਤੇ ਸਾਰਿਆਂ ਦੇ ਹੱਥ ਖੜੇ ਹੋਵੇ, ਜਦੋਂ ਭੈਣਾਂ ਪਾਸੋਂ ਵਾਰੀ ਆਵੇ ਤੇ ਸਾਰੀਆਂ ਭੈਣਾਂ ਦੇ ਹੱਥ ਖੜੇ ਹੋਵੇ। ਇਸ ਤਰੀਕੇ ਦੇ ਨਾਲ ਆਪਾਂ ਨੇ ਗੁਰੂ ਦਾ ਇਤਿਹਾਸ, ਗੁਰੂ ਦੇ ਬੱਚਿਆਂ ਦਾ ਇਤਿਹਾਸ ਮਨ ਇਕਾਗਰ ਚਿੱਤ ਕਰਕੇ ਸੁਣਨਾ ਹੈ। ਸਤਿਗੁਰ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਜੀ। ਆਪ ਜੀ ਨੂੰ ਦੱਸਿਆ ਗਿਆ ਕਿ 5 ਜਥੇ ਤਿਆਰ ਹੋਏ ਸੀਗੇ। ਸਭ ਤੋਂ ਪਹਿਲਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਦਾ ਜਥਾ, ਦੂਜੇ ਨੰਬਰ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਜਥਾ, ਤੀਜੇ ਨੰਬਰ ਤੇ ਮਾਤਾਵਾਂ ਭਾਈ ਮਣੀ ਸਿੰਘ ਜੀ ਨਾਲ ਉਹਨਾਂ ਦਾ ਜਥਾ, ਚੌਥੇ ਨੰਬਰ ਤੇ ਸਤਿਗੁਰ ਜੀ ਆਪ ਤੇ ਆਪਣੇ ਨਾਲ ਕੁਝ ਸਿੱਖ ਲਿੱਤੇ, ਤੇ 5ਵੇਂ ਨੰਬਰ ਤੇ ਸਤਿਗੁਰ ਜੀ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਅਨੇਕ ਸਿੱਖ ਜਿਵੇਂ ਭਾਈ ਉਦੈ ਸਿੰਘ ਜੀ ਵਰਗੇ, ਭਾਈ ਬਚਿੱਤਰ ਸਿੰਘ ਜੀ ਵਰਗੇ, ਭਾਈ ਜੀਵਨ ਸਿੰਘ ਜੀ ਵਰਗੇ, ਇਹ ਜਥਾ ਬਣਾ ਕੇ ਪਿਛਾਂ ਤੁਰਦੇ ਆ ਰਹੇ ਆ, ਤਾਂ ਕਿ ਜਦੋਂ ਪਿੱਛੋਂ ਕੋਈ ਹਮਲਾ ਹੋਵੇ ਅਸੀਂ ਢਾਲ ਬਣ ਕੇ ਸਾਰਿਆਂ ਦੀ ਮਦਦ ਕਰ ਸਕੀਏ।
जोगी साहब ने बड़ी प्यारी गल लिखी है, भुलियो ना जी इस योद्धे नूं, जोगी अल्लाह यार खां। तो मैनूं लगदा कि जदों अज इहदी किताब पढ़ांगे सतगुर जी का जीवन बा कमाल हो जाता। होर वो कि बड़ा प्यारा लिखिया है। मुसलमान घराने चों पैदा होने वाला, अल्लाह ताला की इबादत करने वाला, 5 टाइम का नवाजी, जदों इहनूं कहा गया कि तू काफर की तारीफ की है, तेनू दोजख मिलेगा भाई, तेनू जन्नत नहीं मिलनी है, तेरे नाल बहुत बुरा असर होएगा। ते कमाल दी गल आ, जोगी साहब ने कहा सीगा मैं धन गुरु कलगीधर पातशाह जी दी तारीफ लिखी है, ते इस तारीफ दे बदले जे मैनू जन्नत नहीं मिलता ते गुरु गोबिंद सिंह मालिक जी दे उत्ते मैं हज़ारा जन्नत भी कुर्बान कर दांगा। ऐसी कमाल दी गल। ते जोगी साहब ने गल लिखी बड़ी प्यारी, ते वो आखदे ने कहने कम वक्तों ने जो वादे किए तो वो सब तोड़ दिए। ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ, ਜਿਹੜੀ ਕਸਮਾਂ ਖਾਧੀਆਂ ਸੀਗੀਆਂ, ਜਿਹੜੇ ਪ੍ਰੋਮਿਸ ਸੀਗੇ, ਉਹ ਸਭ ਕੁਝ ਉਹ ਤੋੜ ਕੇ ਪਿੱਛੋਂ ਇਹਨਾਂ ਨੇ ਹਮਲਾ ਕਰ ਦਿੱਤਾ ਆ। ਹਜੇ ਸਤਿਗੁਰ ਜੀ ਕੀਰਤਪੁਰ ਸਾਹਿਬ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਨਮਸਕਾਰ ਕਰਦੇ ਸਨ, ਤੇ ਸਤਿਗੁਰ ਇੱਥੋਂ ਹਲੇ ਨਿਕਲੇ ਹਜੇ ਸ਼ਾਹੀ ਟਿੱਬੀ ਦੇ ਕੋਲ, ਰੋਪੜ ਦੇ ਕੋਲ ਮਲਕਪੁਰ ਰੰਗੜਾ ਦੇ ਕੋਲ ਸਤਿਗੁਰ ਹਾਲੇ ਪਹੁੰਚਦੇ ਨੇ ਕਿ ਜਦੋਂ ਪਿੱਛੋਂ ਟਿੱਡੀ ਦਲ ਹਮਲਾ ਕਰ ਦਿੰਦਾ ਆ, ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ, ਭਾਈ ਬਚਿੱਤਰ ਸਿੰਘ, ਹੋਰ ਅਨੇਕ ਸਿੱਖ ਆਪਣੇ ਨਾਲ ਸਿੱਖਾਂ ਨੂੰ ਲੈ ਕੇ ਆ ਰਹੇ ਟਿੱਡੀ ਦਲ ਦਾ ਡਟ ਕੇ ਮੁਕਾਬਲਾ ਕਰਦੇ ਆ, ਤੇ ਇੱਕ ਗੱਲ ਆਖਦੇ ਆ ਕਿ ਤੁਸੀਂ ਬੇਈਮਾਨੀ ਕੀਤੀ ਹੈ, ਤੁਸੀਂ ਧੋਖਾ ਕੀਤਾ ਆ, ਤੇ ਧੋਖਾ ਕਰਨ ਵਾਲਿਆਂ ਨੂੰ ਸਾਡੀ ਸ਼ਮਸ਼ੀਰ ਕਦੇ ਨਹੀਂ ਬਖਸ਼ੇਗੀ। ਜਦੋਂ ਗੁਰੂ ਗੋਬਿੰਦ ਸਿੰਘ ਮਾਲਕ ਕੋਲ ਪਹੁੰਚਣਾ, ਤੇ ਗੁਰੂ ਗੋਬਿੰਦ ਸਿੰਘ ਮਾਲਕ ਕੋਲ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਸਾਡੇ ਜਿਸਮਾਂ ਤੋਂ, ਸਾਡੀਆਂ ਲਾਸ਼ਾਂ ਤੋਂ ਗੁਜ਼ਰਨਾ ਪੈਣਾ ਆ। ਇੱਥੇ ਬਹੁਤ ਵੱਡਾ ਜੰਗ ਹੁੰਦਾ ਹੈ ਜੀ ਸ਼ਾਹੀ ਟਿੱਬੀ ਤੇ, ਵਿੱਚੋਂ ਵਿੱਚ ਆਪਾਂ ਕਹਿ ਲਈਏ ਮਲਕਪੁਰ ਰੰਗੜਾ। ਹੌਲੀ ਹੌਲੀ ਯੁੱਧ ਕਰਦੇ ਕਰਦੇ ਸਰਸਾ ਦੇ ਕੰਢੇ ਪਹੁੰਚ ਜਾਂਦੇ ਆ, ਜਿੱਥੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ। ਜਦੋਂ ਇੱਥੇ ਸਤਿਗੁਰ ਜੀ ਪਹੁੰਚੇ ਆ ਨਾ ਜੀ, ਤੇ ਪਿੱਛੇ ਕਿਰਪਾਨਾਂ ਦੀ ਆਵਾਜ਼ਾਂ ਆ ਰਹੀਆਂ, ਢਾਲਾਂ ਦੀ ਆਵਾਜ਼ਾਂ ਆ ਰਹੀਆਂ, ਜਾਂ ਅਲੀ ਦੇ ਉਹ ਉੱਚੀ ਉੱਚੀ ਨਾਰੇ ਗੁਜ਼ਾਰੇ ਨੇ, ਇੱਧਰ ਬੋਲੇ ਸੋਨੇ ਹਾਲ ਦੀਏ ਨਾਰੇ ਵੱਜ ਰਹੇ ਨੇ, ਆਪਸ ਵਿੱਚ ਦੋਨੇ ਫੌਜਾਂ ਟਕਰਾ ਰਹੀਆਂ ਨੇ, ਲੜ ਰਹੀਆਂ ਨੇ। ਤੇ ਇੱਥੇ ਲੜਦੇ ਲੜਦੇ ਨਾ ਇਤਿਹਾਸ ਵਿੱਚ ਬੋਲ ਲਿਖਿਆ ਕਿ ਬਾਬਾ ਅਜੀਤ ਸਿੰਘ ਜੀ ਦੁਸ਼ਮਣਾਂ ਦੇ ਘੇਰੇ ਦੇ ਵਿੱਚ ਆ ਗਏ ਜੀ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਰਸਾ ਦੇ ਕੰਢੇ ਬੈਠੇ ਪੁੱਛਦੇ ਆ ਕਿ ਅਜੀਤ ਸਿੰਘ ਕਿੱਥੇ ਆ ਭਾਈ? ਤੇ ਸਿੱਖਾਂ ਨੇ ਆਖਿਆ ਸਤਿਗੁਰੂ ਪਿਛਾਂ ਦੁਸ਼ਮਣ ਦੇ ਨਾਲ ਲੜ ਰਹੇ ਨੇ। ਤੇ ਮਾਲਕ ਕਲਗੀਧਰ ਬਾਪੂ ਨੇ ਇੱਕ ਗੱਲ ਆਖੀ ਸੀ ਪਿਆਰੀ, ਸਤਿਗੁਰੂ ਕਹਿੰਦੇ ਅਜੀਤ ਸਿੰਘ ਨੂੰ ਕਹੋ ਕਿ ਹਲੇ ਤੇਰਾ ਟਿਕਾਣਾ ਨਹੀਂ ਆਇਆ, ਹਲੇ ਤੇਰਾ ਟਿਕਾਣਾ ਨਹੀਂ ਆਇਆ, ਕਿ ਉਹਨੂੰ ਅਗਾਂਹ ਭੇਜੋ, ਉਹਨੂੰ ਅੱਗੇ ਭੇਜ ਦਿਓ। ਜਦੋਂ ਇਹ ਗੱਲ ਬਾਬਾ ਜੀਵਨ ਸਿੰਘ ਜੀ ਨੂੰ ਪਤਾ ਲੱਗੀ, ਜਿਨ੍ਹਾਂ ਦਾ ਨਾਮ ਪਹਿਲਾਂ ਬਾਬਾ ਜੇਤਾ ਸੀਗਾ, ਜਿਹੜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦਿੱਲੀ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਤੱਕ ਸੀਸ ਲੈ ਕੇ ਆਏ ਸੀਗੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਦੇਖਿਆ ਕਿ ਬਾਬਾ ਅਜੀਤ ਸਿੰਘ ਘੇਰੇ ਦੇ ਵਿੱਚ ਫਸੇ ਹੋਏ ਨੇ, ਤੇ ਬਾਬਾ ਜੀਵਨ ਸਿੰਘ ਨੇ ਉਸ ਘੇਰੇ ਨੂੰ ਜਾ ਕੇ ਤੋੜਿਆ, ਤੇ ਜਾ ਕੇ ਬਾਬਾ ਅਜੀਤ ਸਿੰਘ ਨੂੰ ਗੱਲ ਕਹੀ ਕਿ ਕਦੇ ਡਿਊਟੀ ਲਾਈ ਸੀ ਤੁਹਾਡੇ ਬਾਪੂ ਨੇ, ਧੰਨ ਗੁਰੂ ਗੋਬਿੰਦ ਸਿੰਘ ਮਾਲਕ ਨੇ, ਕਿ ਦਿੱਲੀ ਤੋਂ ਸੀਸ ਆਨੰਦਪੁਰ ਲੈ ਕੇ ਆਉਣਾ, ਤੇ ਅੱਜ ਇੱਕ ਫੇਰ ਡਿਊਟੀ ਲੱਗੀ ਆ ਕਿ ਤੁਹਾਡਾ ਸੀਸ ਇੱਥੋਂ ਬਚਾ ਕੇ ਅਗਾਂਹ ਤੱਕ ਲੈ ਕੇ ਜਾਣਾ, ਤੁਸੀਂ ਇਸ ਘੇਰੇ ਚੋਂ ਨਿਕਲੋ ਤੇ ਮੈਂ ਇਸ ਘੇਰੇ ਨੂੰ ਦੇਖਦਾ ਆ। ਬਾਬਾ ਜੀਵਨ ਸਿੰਘ ਜੀ ਇੱਥੇ ਘੇਰੇ ਦੇ ਵਿੱਚ ਲੜਦੇ ਲੜਦੇ ਸ਼ਹੀਦੀ ਦਾ ਜਾਮ ਪੀਂਦੇ ਆ, ਤੇ ਬਾਬਾ ਅਜੀਤ ਸਿੰਘ ਸ਼ਾਇਦ ਜੇ ਬਾਬਾ ਜੀਵਨ ਸਿੰਘ ਇੱਥੇ ਘੇਰੇ 'ਚ ਨਾ ਆਉਂਦੇ, ਤੇ ਬਾਬਾ ਅਜੀਤ ਸਿੰਘ ਸ਼ਾਇਦ ਇੱਥੇ ਹੀ ਲੜ ਕੇ ਸ਼ਹੀਦੀ ਦਾ ਜਾਮ ਪੀ ਜਾਂਦੇ, ਪਰ ਬਾਬਾ ਅਜੀਤ ਸਿੰਘ ਨੂੰ ਘੇਰੇ 'ਚ ਕੱਢ ਕੇ ਬਾਬਾ ਜੀਵਨ ਸਿੰਘ ਇੱਥੇ ਸ਼ਹੀਦੀ ਦਾ ਜਾਮ ਪੀਂਦੇ ਆ ਜੀ। ਇੱਥੇ ਲੜਦੇ ਹੋਏ ਬਾਬਾ ਉਦੇ ਸਿੰਘ, ਭਾਈ ਉਦੇ ਸਿੰਘ ਜੀ, ਉਹ ਵੀ ਇੱਥੇ ਲੜਦੇ ਹੋਏ ਸ਼ਹੀਦੀ ਦਾ ਜਾਮ ਪੀਂਦੇ ਆ, ਜਿਨ੍ਹਾਂ ਨੇ ਕਦੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਕੇਸਰੀ ਚੰਦ ਦਾ ਸਿਰ ਵੱਢਿਆ ਸੀਗਾ। ਇਹ ਭਾਈ ਉਦੇ ਸਿੰਘ ਉਹ ਹੈ। ਇੱਥੇ ਹੀ ਲੜਦੇ ਹੋਏ ਭਾਈ ਅਗਮ ਸਿੰਘ ਜੀ, ਇੱਥੇ ਹੀ ਲੜਦੀ ਹੋਈ ਇੱਕ ਬੀਬੀ, ਨੋਟ ਕਰਿਓ ਜੀ, ਜਿਹਦਾ ਨਾਮ ਬੀਬੀ ਸੁਭਿੱਖੀ ਲਿਖਿਆ ਹੋਇਆ, ਤੇ ਇਹ ਆਲਮ ਸਿੰਘ ਨੱਚਣਾ ਦੀ ਪਤਨੀ ਹੈ, ਤੇ ਭਾਈ ਗੱਜਣ ਸਿੰਘ ਦੀ ਧੀ ਹੈ। ਇੱਥੇ ਬੀਬੀ ਸੁਭਿੱਖੀ ਵੀ ਲੜਦੀ ਹੋਈ ਸ਼ਹੀਦੀ ਦਾ ਜਾਮ ਪੀਂਦੀ ਹੈ,
ਤੇ ਜਿਹੜੀ ਮਾਤਾ ਗੁਜਰ ਕੌਰ ਦੇ ਨਾਲ ਹੁੰਦੀ ਸੀ ਤੇ ਇਹਦਾ ਪਤੀ ਵੀ ਇੱਥੇ ਲੜਦਾ ਆ, ਪਰ ਪਤੀ ਅਗਾਂਹ ਜਾ ਕੇ ਚਮਕੌਰ ਸਾਹਿਬ ਦੇ ਵਿੱਚ ਲੜ ਕੇ ਸ਼ਹੀਦ ਹੋਏਗਾ, ਪਰ ਬੀਬੀ ਸੁਭਿੱਖੀ ਇੱਥੇ ਲੜ ਕੇ ਸ਼ਹੀਦੀ ਦਾ ਜਾਮ ਪੈਂਦੀ ਹੈ। ਤੇ ਭਾਈ ਬਚਿੱਤਰ ਸਿੰਘ ਜੀ ਇਸ ਦੇ ਸ਼ਾਹੀ ਟਿੱਬੀ ਦੇ ਉੱਤੇ ਲੜਦੇ ਲੜਦੇ ਜ਼ਖਮੀ ਹੁੰਦੇ ਆ। ਮਾਲਕ ਸਰਸਾ ਦੇ ਕੰਢੇ ਰੁਕਦੇ ਆ ਤੇ ਆਪਣੇ ਸਿੱਖਾਂ ਨੂੰ, ਆਪਣੇ ਪਰਿਵਾਰ ਨੂੰ ਇੱਕ ਗੱਲ ਆਖਦੇ ਆ ਕਿ ਭਾਈ ਇੱਥੇ ਰੁਕ ਜਿਓ ਸਰਸਾ ਦੇ ਕੰਢੇ, ਕਿਉਂਕਿ 6 ਪੌਹ ਦੀ ਰਾਤ ਅੱਧੀ ਕੁ ਜਾ ਚੁੱਕੀ ਹੈ ਜਦੋਂ ਸਤਿਗੁਰ ਜੀ ਕਿਲਾ ਛੱਡਦੇ ਆ। ਸਰਸਾ ਦੇ ਕੰਢੇ ਪਹੁੰਚਦੇ ਪਹੁੰਚਦੇ ਅੰਮ੍ਰਿਤ ਵੇਲਾ ਹੋ ਜਾਂਦਾ ਆ ਤੇ ਮੇਰੇ ਮਾਲਕ ਜੀ ਕਹਿੰਦੇ ਹੁਣ ਭੁੱਖ ਲੱਗ ਗਈ ਹੈ। ਤੇ ਬਾਬਾ ਦਇਆ ਸਿੰਘ ਨੇ ਆਖਿਆ ਸਤਿਗੁਰ ਪਿੱਛੇ ਟਿੱਡੀ ਦਲ ਦੀ ਫੌਜ ਮਗਰ ਪਈ ਹੈ ਤੇ ਅਗਾਂਹ ਸਰਸਾ ਨੇ ਮੂੰਹ ਅੱਡਿਆ ਹੋਇਆ, ਉੱਪਰੋਂ ਮੀਂਹ ਦੀਆਂ ਕਿਣੀਆਂ ਪੈ ਰਹੀਆਂ ਤੇ ਮਾਲਕ ਇੱਥੇ ਤੁਹਾਡੇ ਖਾਣ ਦਾ ਪ੍ਰਬੰਧ ਕੀ ਕਰੀਏ। ਸਤਿਗੁਰ ਕਹਿੰਦੇ ਤਨ ਦੀ ਭੁੱਖ ਨਹੀਂ ਦਿਆ ਸਿੰਘਾ, ਮਨ ਦੀ ਭੁੱਖ ਲੱਗੀ ਹੈ। ਸਾਚੇ ਨਾਮ ਕੀ ਲਾਗੇ ਭੁੱਖ ਹੈ ਨਾ। ਤੇ ਸਤਿਗੁਰ ਨੇ ਕਿਹਾ ਆਓ ਇੱਕ ਵਾਰੀ ਬੈਠ ਕੇ ਇੱਥੇ ਆਪਾਂ ਨਿਤਨੇਮ ਦਾ ਪਾਠ ਕਰ ਲਈਏ, ਆਓ ਇੱਥੇ ਬੈਠ ਕੇ ਇੱਕ ਵਾਰੀ ਆਸਾ ਦੀ ਵਾਰ ਦਾ ਆਪਾਂ ਕੀਰਤਨ ਕਰ ਲਈਏ। ਪਿਛਲੇ ਪਾਸੇ ਸਿੱਖ ਡਟੇ ਹੋਏ ਨੇ, ਜੰਗ ਹੋ ਰਿਹਾ, ਯੁੱਧ ਹੋ ਰਿਹਾ ਤੇ ਮੇਰੇ ਮਾਲਕ ਜੀ ਇੱਥੇ ਬੈਠ ਕੇ ਸਤਿਗੁਰ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਨੇ। ਨਾਲ ਬਾਬਾ ਅਜੀਤ ਸਿੰਘ ਜੀ ਬੈਠ ਕੇ, ਸਾਰਾ ਪਰਿਵਾਰ ਬੈਠ ਗਿਆ। ਸਾਹਮਣੇ ਗੋਦ ਦੇ ਵਿੱਚ ਬਾਬਾ ਫਤਿਹ ਸਿੰਘ ਬੈਠਾ ਤੇ ਨਾਲ ਗੋਡੇ ਦੇ ਬਾਬਾ ਜੋਰਾਵਰ ਸਿੰਘ ਬੈਠਾ ਮਾਤਾ ਗੁਜਰ ਕੌਰ ਜੀ ਦੇ। ਤੇ ਮੈਨੂੰ ਲੱਗਦਾ ਕਿ ਸਤਿਗੁਰ ਨੇ ਆਪਣੇ ਬੱਚੇ ਨੂੰ, ਦੋਨਾਂ ਛੋਟੇ ਪੁੱਤਰਾਂ ਨੂੰ ਇੱਥੇ ਰੀਝ ਭਰ ਕੇ ਦੇਖਿਆ ਹੋਣਾ, ਉਹ ਕਿ ਇਸ ਤੋਂ ਬਾਅਦ ਦੇਖਣ ਦਾ ਮੌਕਾ ਨਹੀਂ ਮਿਲਦਾ ਆ। ਇਸ ਤੋਂ ਬਾਅਦ ਨਹੀਂ ਸਤਿਗੁਰ ਦੇਖਦੇ ਆ ਜੀ। ਇੱਥੇ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਨਿਤਨੇਮ ਹੁੰਦਾ ਆ। ਤੇ ਇੱਥੇ ਸਵਾਲ ਇੱਕ ਛੋਟਾ ਜਿਹਾ ਖੜਾ ਹੋ ਜਾਂਦਾ ਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਵਿੱਚ ਸਾਡੀ ਔਕਾਤ ਨਹੀਂ ਹੈ ਅਸੀਂ ਗੁਰੂ ਨੂੰ ਸਵਾਲ ਕਰੀਏ। ਫਿਰ ਵੀ ਮਨ 'ਚ ਇੱਕ ਸਵਾਲ ਬਹੁਤ ਵੱਡਾ ਹੈ ਕਿ ਸਤਿਗੁਰ ਜੀ ਜਦੋਂ ਪਿੱਛੋਂ ਪਤਾ ਹੋਵੇ ਕਿ ਟਿੱਡੀ ਦਲ ਆਇਆ ਹੋਇਆ ਆ, ਉਹਨੇ ਵੀ ਮੂੰਹ ਅੱਡਿਆ, ਅੱਗੇ ਸਰਸਾ ਨੇ ਵੀ ਮੂੰਹ ਅੱਡਿਆ ਆ। ਸਤਿਗੁਰ ਦੁਸ਼ਮਣ ਤੁਹਾਡੇ ਬੱਚਿਆਂ ਦੇ ਖੂਨ ਦੇ ਪਿਆਸੇ ਨੇ, ਤੁਹਾਡੇ ਖੂਨ ਦੇ ਪਿਆਸੇ ਨੇ, ਤੁਹਾਡੇ ਸਿੰਘਾਂ ਨੂੰ ਮਾਰਨ ਵਾਸਤੇ ਕਿੱਡੀ ਫੌਜ ਆ ਰਹੀ ਹੈ। ਤੇ ਮਾਲਕ ਇੱਥੇ ਨਿਤਨੇਮ ਕਰਨਾ ਜ਼ਰੂਰੀ ਸੀ। ਬਹੁਤ ਵੱਡਾ ਸਵਾਲ ਸਾਡਾ ਖੜਾ ਹੋਏਗਾ ਕਿ ਸਤਿਗੁਰ ਇੱਥੇ ਨਿਤਨੇਮ ਕਰਨਾ ਜ਼ਰੂਰੀ ਸੀ। ਆਪਾਂ ਸਰਸਾ ਤੋਂ ਪਾਰ ਹੋ ਕੇ ਵੀ ਨਿਤਨੇਮ ਕਰ ਸਕਦੇ ਸੀਗੇ। ਜਦੋਂ ਕਿਤੇ ਸੇਫ ਜਗ੍ਹਾ ਤੇ ਪਹੁੰਚ ਜਾਂਦੇ ਸਤਿਗੁਰ ਉੱਥੇ ਬੈਠ ਕੇ ਵੀ ਨਿਤਨੇਮ ਕਰ ਲੈਂਦੇ। ਮਾਲਕ ਕਹਿੰਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਸਰਸਾ ਤੋਂ ਪਾਰ ਹੋ ਕੇ ਵੀ ਆਪਾਂ ਨਿਤਨੇਮ ਕਰ ਸਕਦੇ ਸੀ। ਆਪਾਂ ਕਿਤੇ ਸੇਫ ਜਗ੍ਹਾ ਪਹੁੰਚ ਕੇ ਵੀ ਨਿਤਨੇਮ ਦੀ ਬਾਣੀ, ਆਸਾ ਦੀ ਬਾਣੀ ਦਾ ਪਾਠ ਕਰ ਸਕਦੇ ਸੀ। ਪਰ ਇੱਥੇ ਸਰਸਾ ਦੇ ਕੰਢੇ ਬੈਠਣ ਦਾ ਇੱਕ ਕਾਰਨ ਹੈ ਸੰਗਤ ਜੀ। ਇਹ ਕਾਰਨ ਸਾਰੇ ਸੁਣਿਓ ਆਪਾਂ। ਸਤਿਗੁਰ ਕਹਿੰਦੇ ਇਹ ਕਾਰਨ ਇਹ ਹੈ ਕਿ ਮੈਂ ਆਪਣੇ ਸਿੱਖਾਂ ਨੂੰ ਦੱਸਣਾ ਚਾਹੁੰਦਾ, ਆਪਣੀ ਕੌਮ ਨੂੰ ਦੱਸਣਾ ਚਾਹੁੰਦਾ ਆ ਕਿ ਜੀਵਨ ਵਿੱਚ ਅੱਤ ਦਾ ਦੁੱਖ ਵੀ ਸਿਰ ਤੇ ਪੈ ਜਾਵੇ, ਜੀਵਨ ਵਿੱਚ ਸਿਰ ਤੇ ਅੱਤ ਦਾ ਦੁੱਖ ਵੀ ਪੈ ਜਾਵੇ, ਮੁਸੀਬਤ ਆ ਜਾਵੇ, ਔਖਾ ਹੋ ਜਾਵੇ ਜੀਵਨ, ਪਰ ਸਿੱਖੋ ਕਦੇ ਵੀ ਨਿਤਨੇਮ ਨਹੀਂ ਛੱਡਣਾ। ਬੋਲਿਓ ਜੀ, ਕਦੇ ਵੀ ਨਿਤਨੇਮ ਨਹੀਂ ਛੱਡਣਾ। ਮਾਲਕ ਕਹਿੰਦੇ ਪੜ੍ਹ ਸਕਦਾ ਸੀ ਕਿ ਮੈਂ ਵੱਡੀ ਗੱਲ ਨਹੀਂ ਸੀਗੀ, ਪਰ ਇੱਥੇ ਬੈਠ ਕੇ ਮੈਂ ਦੱਸਣਾ ਚਾਹੁੰਦਾ ਆ ਕਿ ਬੇਸ਼ੱਕ ਇੱਥੇ ਮੇਰੇ ਪੁੱਤਰਾਂ ਨੂੰ ਬਾਣੀ ਪੜ੍ਹਦਿਆਂ ਨੂੰ ਦੁਸ਼ਮਣ ਖਤਮ ਕਰ ਦਿੰਦਾ, ਫਿਰ ਵੀ ਮੈਂ ਆਪਣੀ ਜ਼ੁਬਾਨ ਤੋਂ ਨਿਤਨੇਮ ਦੀ ਬਾਣੀ ਨਾ ਤਿਆਗਦਾ। ਕਿਉਂ? ਉਹ ਕਿ ਮੈਨੂੰ ਨਿਤਨੇਮ ਜ਼ਰੂਰੀ ਆ, ਆਪਣਾ ਪਰਿਵਾਰ ਜ਼ਰੂਰੀ ਨਹੀਂ ਹੈ। ਇੱਥੇ ਸਤਿਗੁਰ ਨੇ ਸਾਨੂੰ ਸਿਰਫ ਇੱਕ ਪ੍ਰਤੀਕ ਦਿੱਤਾ ਆ ਕਿ ਭਾਈ ਜੀਵਨ ਦੇ ਵਿੱਚ ਨਿਤਨੇਮ ਨਾ ਤਿਆਗੋ, ਨਿਤਨੇਮ ਤੇ ਨਾ ਖੁੰਝਿਓ, ਕਿਉਂਕਿ ਨਿਤਨੇਮ ਸਾਡੀ ਆਤਮਾ ਹੈ। ਜਦੋਂ ਜਿਸਮ ਦੇ ਵਿੱਚੋਂ ਆਤਮਾ ਨਿਕਲ ਜਾਏਗੀ ਤੇ ਜਿਸਮ ਦੀ ਕੋਈ ਵੈਲਿਊ ਨਹੀਂ ਹੁੰਦੀ। ਇੱਥੇ ਮਾਲਕ ਜੀ ਨੇ ਨਿਤਨੇਮ ਕੀਤਾ ਜੀ, ਅਰਦਾਸਾ ਸੋਧਿਆ ਤੇ ਸਤਿਗੁਰ ਜੀ ਨੇ ਅਰਦਾਸਾ ਸੋਧ ਕੇ ਆਪਣੇ ਸਿੱਖਾਂ ਨੂੰ ਕਿਹਾ ਕਿ ਚਲੋ ਭਾਈ ਸਰਸਾ ਨੂੰ ਪਾਰ ਕਰੀਏ। ਹੁਣ ਇੱਥੇ ਥੋੜਾ ਜਿਹਾ ਧਿਆਨ ਦਿਓ ਜੀ, ਚਲੋ ਭਾਈ ਸਰਸਾ ਨੂੰ ਪਾਰ ਕਰੀਏ। ਸਰਸਾ ਕੋਈ ਬਹੁਤ ਵੱਡੀ ਨਦੀ ਨਹੀਂ ਸੀਗੀ, ਇੱਕ ਬਰਸਾਤੀ ਨਾਲਾ ਸੀਗਾ ਕਿ ਜਦੋਂ ਮੀਂਹ ਪੈ ਜਾਂਦਾ ਸੀਗਾ ਇਹ ਭਰ ਜਾਂਦਾ ਸੀਗਾ, ਕਿਉਂਕਿ ਜੇ ਇਹ ਪੱਕੀ ਨਦੀ ਹੁੰਦੀ ਤੇ ਇੱਥੇ ਬੇੜੀਆਂ ਹੋਣੀਆਂ ਸਨ। ਤੇ ਸਤਿਗੁਰ ਇਸ ਰਸਤੇ ਦੇ ਭੇਤੀ ਨੇ, ਸ਼ਾਇਦ ਸਤਿਗੁਰ ਇੱਧਰ ਨੂੰ ਨਾ ਆਉਂਦੇ, ਪਰ ਮਾਲਕ ਨੂੰ ਜਦੋਂ ਦੇਖਿਆ ਕਿ ਪੂਰਾ ਪਾਣੀ ਭਰਿਆ ਹੋਇਆ ਤੇ ਸਤਿਗੁਰ ਨੇ ਆਖਿਆ ਚਲੋ ਭਾਈ ਹੁਣ ਆਪਾਂ ਸਰਸਾ ਨੂੰ ਪਾਰ ਕਰੀਏ। ਸਿੱਖਾਂ ਨੇ ਘੋੜਿਆਂ ਨੂੰ ਅੱਡੀਆਂ ਲਾਈਆਂ, ਸਰਸਾ ਦੇ ਪਾਣੀ ਦੇ ਵਿੱਚ ਜਦੋਂ ਵੜੇ
ਤੇ ਪਰਸੋਂ ਮੇਰੇ ਖਿਆਲ 'ਚ ਮਨਜੀਤ ਭੈਣ ਜੀ ਉਹਨਾਂ ਨੇ ਗੱਲ ਆਖੀ ਸੀ ਕਿ ਇੱਕ ਸਾਡਾ ਬਹੁਤ ਵੱਡਾ ਵਿਦਿਆ ਗ੍ਰੰਥ, ਸਾਡਾ ਇਤਿਹਾਸ, ਸਾਡਾ ਬਹੁਤ ਵੱਡਾ ਖਜ਼ਾਨਾ ਕਹਿ ਲਓ, ਉਹ ਖਜ਼ਾਨਾ ਇਸ ਸਰਸਾ ਦੀ ਭੇਟ ਚੜ ਗਿਆ ਆ। ਬਹੁਤ ਕੁਛ ਸਾਡੇ ਇੱਥੇ ਸਰਸਾ ਦੀ ਭੇਟ ਚੜਿਆ। ਤੇ 84 ਦੇ ਵਿੱਚ ਜਦੋਂ ਅਟੈਕ ਹੁੰਦਾ ਦਰਬਾਰ ਸਾਹਿਬ ਤੇ ਉਦੋਂ ਲਾਇਬ੍ਰੇਰੀ ਸੜ ਗਈ ਤੇ ਲਾਇਬ੍ਰੇਰੀ ਸੜਨ ਦੇ ਨਾਲ ਸਾਡਾ ਬਹੁਤ ਇਤਿਹਾਸਿਕ ਖਜ਼ਾਨਾ ਉਦੋਂ ਵੀ ਤਬਾਹ ਹੋ ਗਿਆ, ਜਿੱਥੇ ਅਸੀਂ ਅੱਜ ਉਲਝੇ ਫਿਰਦੇ ਹਾਂ ਜੀ। ਅੱਜ ਜੋ ਕਿਸੇ ਦਾ ਜੀ ਕਰਦਾ, ਮਾਫ ਕਰਿਓ, ਇੱਥੇ ਬੈਠ ਕੇ ਉਹ ਬੋਲ ਜਾਂਦਾ। ਸਾਡੇ ਕੋਲ ਕੋਈ ਹਵਾਲੇ ਨਹੀਂ ਹੈ ਕਿ ਜਿਹੜੀ ਤੁਸੀਂ ਗੱਲ ਬੋਲੀਏ ਕਿੱਥੋਂ ਬੋਲੀ, ਅਸੀਂ ਤੁਹਾਡੀ ਗੱਲ ਨੂੰ ਗਲਤ ਕਰ ਸਕੀਏ। ਅਗਲਾ 4 ਕਿਤਾਬਾਂ ਕੱਢ ਕੇ ਦਿਖਾ ਦਿੰਦਾ, ਸੀ ਇੱਥੋਂ ਪੜ੍ਹੇ ਆ, ਇੱਥੋਂ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਆ। ਜੋ ਸਾਡਾ ਇਤਿਹਾਸ, ਜੋ ਸਾਡਾ ਗ੍ਰੰਥ ਸਨ, ਉਹ ਕਿਤੇ ਸਰਸਾ ਦੀ ਭੇਟ ਚੜੇ ਤੇ ਕਦੇ 84 ਦੇ ਵਿੱਚ ਉਹ ਤੋਪਾਂ ਦੀ ਭੇਟ ਚੜੇ। ਇੱਥੇ ਮਾਲਕ ਜੀ ਦਾ ਖਜ਼ਾਨਾ ਵੀ ਰੁੜਿਆ, ਸਤਿਗੁਰ ਜੀ ਦਾ ਪੈਸਾ ਵੀ ਰੁੜਿਆ ਤੇ ਇੱਥੇ ਸਿੱਖ ਵੀ ਰੁੜੇ। ਧਿਆਨ ਦਿਓ ਜੀ, ਥੋੜੀ ਇਕਾਗਰਤਾ ਦਿਓ। ਇੱਥੇ ਥੋੜੇ ਸਿੱਖ ਵੀ ਰੁੜੇ। ਉਹ ਕੀ, ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਨਾ ਆਨੰਦਪੁਰ ਸਾਹਿਬ ਦਾ ਜੀ, ਆਨੰਦਪੁਰ ਸਾਹਿਬ ਦੇ ਵਿੱਚੋਂ ਜਦੋਂ ਨਿਕਲਦੇ ਨੇ ਸਿੱਖ, ਉਦੋਂ 500 ਤੋਂ 700 ਦੇ ਵਿਚਕਾਰ ਸਿੱਖਾਂ ਦੀ ਗਿਣਤੀ ਇਤਿਹਾਸਕਾਰਾਂ ਨੇ ਲਿਖੀ ਹੈ। ਪਰ ਜਦੋਂ ਸਰਸਾ ਨੂੰ ਪਾਰ ਕਰਦੇ ਆ, ਉਦੋਂ ਗਿਣਤੀ ਸਾਡੇ ਕੋਲ 40 ਤੇ 50 ਦੇ ਵਿਚਕਾਰ ਰਹਿ ਜਾਂਦੀ ਹੈ। ਇਹਦਾ ਮਤਲਬ ਇਹ ਆ ਕਿ ਸਰਸਾ ਦੇ ਕੰਢੇ ਕਿੰਨੇ ਸਿੱਖ ਸ਼ਹੀਦੀ ਦਾ ਜਾਮ ਪੀਂਦੇ ਆ ਤੇ ਕਿੰਨੇ ਸਿੱਖ ਫਿਰ ਸਰਸਾ ਦੀ ਭੇਟ ਚੜ ਜਾਂਦੇ ਆ। ਹੈਰਾਨੀ ਪਤਾ ਕਿਸ ਗੱਲ ਦੀ ਹੈ ਜੀ? ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਸਰਸਾ ਦੀ ਭੇਟ ਸਿੱਖ ਚੜ ਰਹੇ ਆ ਨਾ ਜੀ, ਤੇ ਉਦੋਂ ਸਿੱਖ ਰੁੜਦੇ ਹੋਏ ਵੀ ਸਤਿਗੁਰੂ ਜੀ ਦੇ ਵੱਲ ਮੂੰਹ ਕਰਕੇ ਉੱਚੀ ਉੱਚੀ ਇੱਕ ਆਵਾਜ਼ ਦਿੰਦੇ ਆ ਕਿ ਸਤਿਗੁਰ ਕਿਰਪਾ ਕਰਿਓ, ਸਾਡੀ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸਤਿਗੁਰ ਜੀਓ, ਸਾਡੀ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਜਿੰਨਾ ਕੋ ਸਮਾਂ ਸਤਿਗੁਰ ਤੁਹਾਡੇ ਨਾਲ ਬਤੀਤ ਕੀਤਾ ਆ, ਇਸ ਸਮੇਂ ਦੇ ਵਿੱਚ ਹੋਈਆਂ ਗਲਤੀਆਂ ਨੂੰ ਸਤਿਗੁਰ ਜੀ ਮਾਫ ਕਰਨਾ, ਸਾਡੇ ਅਵਗੁਣਾਂ ਤੇ ਪਰਦੇ ਪਾ ਦਿਓ। ਇੱਥੇ ਸਤਿਗੁਰ ਜੀ ਆਪ ਆਪਣੇ 2 ਸਾਹਿਬਜ਼ਾਦਿਆਂ ਸਮੇਤ ਤੇ ਕੁਝ ਕੁ ਸਿੱਖਾਂ ਸਮੇਤ ਸਤਿਗੁਰ ਸਰਸਾ ਨੂੰ ਪਾਰ ਕਰ ਜਾਂਦੇ ਆ। ਦੂਜਾ ਜਿਹੜਾ ਜਥਾ ਹੈ ਜੀ, ਮਾਤਾਵਾਂ ਦਾ, ਤੇ ਨਾਲ ਭਾਈ ਮਣੀ ਸਿੰਘ ਤੇ ਨਾਲ ਕੁਝ ਹੋਰ ਗੁਰੂ ਕੇ ਸਿੱਖ, ਤੇ ਇਹ ਫਿਰ ਪਾਰ ਕਰ ਜਾਂਦੇ ਆ। ਤੇ ਤੀਜਾ ਜਿਹੜਾ ਜਥਾ ਆ, ਤੇ ਯਾਦ ਰੱਖਿਓ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ, ਇਹ ਸਰਸਾ ਨੂੰ ਪਾਰ ਨਹੀਂ ਕਰਦੇ ਜੀ। 7 ਪੋਹ ਦੀ ਸਵੇਰ ਹੈ, ਇਹ ਸਰਸਾ ਨੂੰ ਪਾਰ ਨਹੀਂ ਕਰਦੇ ਆ ਜੀ, ਕਿਉਂਕਿ ਮਾਤਾ ਗੁਜਰ ਕੌਰ ਦਾ ਸਰੀਰ ਵੀ ਬੁੱਢਾ ਹੋ ਚੁੱਕਾ ਆ। ਸਰੀਰ ਬੁੱਢਾ ਹੋਣ ਕਰਕੇ 82 ਵਰਿਆਂ ਦੀ ਉਮਰ ਹੈ ਤੇ ਨਾਲ ਛੋਟੇ ਸਾਹਿਬਜ਼ਾਦੇ ਆ। ਮਾਤਾ ਗੁਜਰ ਕੌਰ ਆਖਦੀ ਹੈ, ਸ਼ਾਇਦ ਜਦੋਂ ਆਪਾਂ ਸਰਸਾ ਦੇ ਪਾਣੀ ਵਿੱਚ ਵੜਾਂਗੇ ਤੇ ਪਾਣੀ ਦਾ ਵਹਾਅ ਤੇਜ਼ ਹੋਇਆ ਤੇ ਸ਼ਾਇਦ ਸਰਸਾ ਦਾ ਪਾਣੀ ਸਾਨੂੰ ਰੋੜ ਕੇ ਲੈ ਜਾਵੇ। ਬੱਚੇ ਇਸ ਪਾਣੀ ਦਾ ਸਾਹਮਣਾ ਨਾ ਕਰ ਸਕੇ, ਮੈਂ ਇਸ ਪਾਣੀ ਦਾ ਮੁਕਾਬਲਾ ਨਾ ਕਰ ਸਕਾਂ, ਤੇ ਆਪਾਂ ਕੰਮ ਕਰਦੇ ਆ, ਆਪਾਂ ਸਰਸਾ ਦੇ ਕੰਢੇ ਕੰਢੇ ਚੱਲਦੇ ਆ। ਜਦੋਂ ਕੋਈ ਰਸਤਾ ਮਿਲੇਗਾ ਆਪਾਂ ਉਸ ਰਸਤੇ ਨੂੰ ਪਾਰ ਕਰਕੇ ਸਰਸਾ ਨੂੰ ਪਾਰ ਕਰ ਲਾਂਗੇ। ਇੱਕ ਅਦੀਬ ਨੇ ਬੜੇ ਪਿਆਰੇ ਲਫ਼ਜ਼ ਲਿਖੇ ਆ ਜੀ। ਉਹ ਲਿਖਦਾ, ਕਹਿੰਦਾ, ਸਰਸਾ ਦੇ ਪਾਣੀਆਂ ਤੂੰ ਕਹਿਰ ਨਾ ਗੁਜ਼ਾਰ ਵੇ, ਲੰਘਦੀ ਪਈਗਾ ਮੇਰੀ ਸੱਚੀ ਸਰਕਾਰ ਵੇ। ਤੂੰ ਵੀ ਅੱਜ ਰਲ ਗਿਆ ਵੈਰੀਆ ਦੇ ਨਾਲ ਵੇ, ਅੱਗੋਂ ਹੋ ਕੇ ਰੋਕਿਆ ਤੂੰ ਗੁਜਰੀ ਦਾ ਲਾਲ ਵੇ। ਲਹਿਰਾਂ ਨੂੰ ਸੰਭਾਲ, ਅਸੀਂ ਲੰਘਣਾ ਏ ਪਾਰ ਵੇ, ਸਰਸਾ ਦੇ ਪਾਣੀਆਂ ਤੂੰ ਕਹਿਰ ਨਾ ਗੁਜ਼ਾਰ ਵੇ। ਬਹੁਤ ਸੋਹਣੀ ਉਹਨੇ ਗੱਲ ਲਿਖੀ ਜੀ। ਉਹ ਅੱਗੇ ਲਿਖਦਾ, ਕਹਿੰਦਾ, ਨਿੱਕੀਆਂ ਸੀ ਜਿੰਦਾ ਹਾਲੇ ਉਮਰਾਂ ਸੀ ਨਿਆਣੀਆਂ, ਅੱਧ ਖੜੇ ਅੱਧ ਕੀੜੇ ਫੁੱਲ ਸੀ, ਹਲੇ ਜਵਾਨੀਆਂ ਨਹੀਂ ਸੀ ਮਾਣੀਆਂ। ਉਹ ਤੈਨੂੰ ਤਰਸ ਭੋਰਾ ਨਾ ਆਵੇ, ਕਿਸ ਗੱਲ ਦਾ ਹੰਕਾਰ ਵੇ, ਸਰਸਾ ਦੇ ਪਾਣੀਆਂ ਤੂੰ ਕਹਿਰ ਨਾ ਗੁਜ਼ਾਰ ਵੇ, ਲੰਘਦੀ ਪਈਗਾ ਮੇਰੀ ਸੱਚੀ ਸਰਕਾਰ ਵੇ। ਕਹਿੰਦਾ, ਕੀਮਤੀ ਜਿੰਦਾ ਸਿੰਘਾਂ ਦੀਆਂ, ਕੀਮਤੀ ਜਿੰਦਾ ਸਿੰਘਾਂ ਦੀਆਂ ਤੂੰ ਸਰਸਾ ਦੇ ਵਿੱਚ ਰੋੜੀਆਂ। ਕਹਿੰਦੇ, ਪਿਓ ਤੋਂ ਵਿਛੋੜੀਆਂ ਤੂੰ ਪੁੱਤਰਾਂ ਦੀਆਂ ਜੋੜੀਆਂ, ਖੇਰੂ ਖੇਰੂ ਹੋਇਆ ਅੱਜ ਸਾਰਾ ਪਰਿਵਾਰ ਵੇ, ਸਰਸਾ ਦੇ ਪਾਣੀਆਂ ਤੂੰ ਕਹਿਰ ਨਾ ਗੁਜ਼ਾਰ ਵੇ, ਲੰਘਦੀ ਪਈਗਾ ਮੇਰੀ ਸੱਚੀ ਸਰਕਾਰ ਵੇ। ਅੱਜ ਸਰਸਾ ਦਾ ਪਾਣੀ ਵੀ ਚੜਿਆ, ਪਿੱਛੋਂ ਟਿੱਡੀ ਦਲ ਵੀ ਆ ਰਿਹਾ, ਮਾਲਕ ਇੱਥੋਂ ਨਿਕਲ ਗਏ ਜੀ। ਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਇੱਕ ਰਾਹ ਦੇ ਉੱਤੇ ਤੁਰਦੇ ਨੇ। ਤੇ ਯਾਦ ਰੱਖਿਓ, ਇੱਕ ਤਾਂ ਹੁੰਦੀ ਸਾਡੀ ਮੰਜ਼ਿਲ ਤੈਅ ਆ ਜੀ, ਕਿਸ ਮੰਜ਼ਿਲ ਤੇ ਪਹੁੰਚਣਾ ਆ, ਪਰ ਸਾਹਿਬਜ਼ਾਦਿਆਂ ਕੋਲ ਕੋਈ ਮੰਜ਼ਿਲ ਨਹੀਂ ਹੈ ਕਿ ਜਾਣਾ ਕਿੱਥੇ ਆ।
ਰਸਤੇ ਦਾ ਵੀ ਨਹੀਂ ਪਤਾ, ਜੰਗਲੀ ਰਸਤਾ ਆ, ਹਨੇਰ ਘੁੱਪ ਹੈ, ਪਤਾ ਨਹੀਂ ਕਿੰਨਾ ਕੁ ਕੰਢਿਆਂ ਵਾਲਾ ਰਸਤਾ ਆ। ਮੈਂ ਉਦਣ ਵੀ ਗੱਲ ਆਖੀ ਕਿ ਜਿਸਮਾਂ ਦੇ ਉੱਤੇ ਦੂਨਾ ਸਿੰਘ ਹੰਡੂਰੀਆਂ ਕਹਿੰਦਾ ਇੱਕ ਇੱਕ ਝੱਗੀਆਂ ਨੇ ਤੇ ਪੌ ਦੀਆਂ ਰਾਤਾਂ ਤੇ ਉੱਪਰ ਮੀਂਹ ਦੀਆਂ ਕਿਰਣੀਆਂ ਨੇ। ਥੋੜਾ ਮਹਿਸੂਸ ਕਰਕੇ ਦੇਖਿਓ, ਜਦੋਂ ਹਵਾ ਚੱਲਦੀ ਹੋਣੀ ਆ ਉਦੋਂ ਛੋਟੇ ਛੋਟੇ ਜਿਸਮਾਂ ਨੂੰ ਆ ਕੇ ਹਵਾ ਛੂੰਹਦੀ ਹੋਣੀ ਆ ਤੇ ਕਿੰਨੀ ਠੰਡ ਸਾਹਿਬਜ਼ਾਦਿਆਂ ਨੂੰ ਮਹਿਸੂਸ ਹੁੰਦੀ ਹੋਣੀ ਹੈ। ਪਰ ਇੱਥੋਂ ਲੰਘੇ ਸਾਹਿਬਜ਼ਾਦੇ। ਆ ਛੋਟੀ ਜੀ ਇੱਕ ਕਵਿਤਾ ਸੁਣਿਓ, ਤੁਹਾਨੂੰ ਸਭ ਨੂੰ ਯਾਦ ਹੈ, ਸਭ ਨੇ ਨਾਲ ਪੜ੍ਹਨੀ ਹੈ ਜੀ, ਸਭ ਨੇ ਨਾਲ ਬੋਲਣੀ ਹੈ, ਤਾਂ ਕਿ ਆਪਣੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਹੋ ਸਕੇ। ਕਿ ਰਾਹ ਬੜਾ ਔਖਾ ਆ, ਪਰ ਇਹ ਨਹੀਂ ਪਤਾ ਸਾਹਿਬਜ਼ਾਦਿਆਂ ਨੇ ਜਾਣਾ ਕਿੱਥੇ ਆ, ਕਿੱਥੇ ਪਹੁੰਚਣਾ ਆ। ਪਰਿਵਾਰ ਤੋਂ ਵਿਛੜੇ ਆ, ਸਿੱਖਾਂ ਤੋਂ ਵਿਛੜੇ ਆ, ਭੁੱਖੇ ਆ, ਭਾਣੇ ਆ, ਥਕਾਵਟ ਹੈ। ਤੇ ਦੇਖਿਓ, ਸੁਣਿਓ ਕਿ ਕਿਵੇਂ ਸਾਹਿਬਜ਼ਾਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਆਪਣਾ ਸਫ਼ਰ ਤੈਅ ਕਰਦੇ ਆ ਜੀ। ਹਾਂਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲੋ ਹਾਲ ਜੀ, ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਕਹਿ ਗਿਆ। ਉਸ ਵੇਲੇ ਦਾ ਸੁਣ ਲੋ ਹਾਲ ਜੀ, ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ। ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ। ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ। ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ। ਛੋਟੀ ਉਮਰ ਦੇ ਦੋਨੋਂ ਬਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲੋ ਹਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲੋ ਹਾਲ ਜੀ, ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ। ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ। ਕਦੇ ਅਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲੋ ਹਾਲ ਜੀ, ਕਦੇ ਅਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ।
कैसी होनी ने खेड़ी चाल जी, गंगू पापियों ना दे नाल जी, सरसा नदी ते विछोड़ा पै गया, उस वेले दा सुन लो हाल जी, कैसी होनी ने खेड़ी चाल जी, गंगू पापियों ना दे नाल जी, सरसा नदी ते विछोड़ा पै गया, उस वेले दा सुन लो हाल जी, बाटा लम्मियां ते रस्ता पहाड़ दा, तुर जांदे गुरां दे लाल जी, सरसा नदी ते विछोड़ा पै गया, उस वेले दा सुन लो हाल जी, उस वेले दा सुन लो हाल जी। ਰਸਤਾ ਨਹੀਂ ਪਤਾ ਜਾਣਾ ਕਿੱਥੇ ਹੈ। ਮਾਤਾ ਗੁਜਰ ਕੌਰ ਨੇ ਨਾ ਸੋਚਿਆ ਕਿ ਮੈਂ ਕੰਮ ਕਰਦੀ ਹਾਂ ਕਿ ਇਹਨਾਂ ਨੂੰ ਆਪਣੀ ਇਸ ਸਾਰੇ ਮਾਹੌਲ ਤੋਂ ਦੂਰ ਲੈ ਜਾਂਦੀ ਹੈ। 82 ਵਰ੍ਹਿਆਂ ਦੀ ਮਾਂ ਆ, ਉਹਨੇ ਆਪਣੇ ਪੋਤਰਿਆਂ ਨੂੰ ਇੱਕ ਉਂਗਲ ਇੱਧਰੋਂ ਪਕੜੀ ਹੋਈ ਹੈ, ਇੱਕ ਨੂੰ ਇੱਧਰੋਂ ਪਕੜੀ ਹੈ। ਆਖਦੀ ਹੈ ਤੇਜ਼ੀ ਨਾਲ ਤੁਰੋ, ਆਪਾਂ ਇਹਨਾਂ ਦੁਸ਼ਮਣਾਂ ਦੀ ਭੀੜ ਤੋਂ ਦੂਰ ਨਿਕਲ ਜਾਈਏ, ਕੋਈ ਦੁਸ਼ਮਣ ਦੀ ਨਿਗਾਹ ਨਾ ਤੁਹਾਡੇ ਤੇ ਪੈ ਜਾਵੇ। ਤੁਹਾਡੇ ਪਿਤਾ ਨਾਲ ਵਾਅਦਾ ਕਰਕੇ ਆਈ ਹਾਂ ਕਿ ਇੰਨੀ ਛੇਤੀ ਮੈਂ ਤੁਹਾਨੂੰ ਦੁਸ਼ਮਣ ਦੀ ਭੇਟ ਨਹੀਂ ਚੜਨ ਦੇਣਾ ਆ। ਮਾਤਾ ਆਖਦੀ ਹੈ ਜਲਦੀ ਤੁਰੋ, ਤੇਜ਼ੀ ਨਾਲ ਤੁਰੋ। ਹੁਣ ਇੱਕ ਵੱਡਾ ਸਰੀਰ ਹੈ ਤੇ ਇੱਕ ਸਰੀਰ ਛੋਟਾ ਹੈ। ਹੁਣ ਮਾਤਾ ਗੁਜਰ ਕੌਰ ਤੇਜ਼ੀ ਨਾਲ ਦੌੜਦੀ ਹੈ, ਜਦੋਂ ਭੱਜਦੀ ਕਹਿ ਲਓ ਆਪਾਂ ਸ਼ਬਦ, ਤੇਜ਼ੀ ਨਾਲ ਰਫਤਾਰ ਫੜੀ ਨਾ ਜੀ, ਤੇ ਦੇਖਿਆ ਕਿ ਬਾਬਾ ਫਤਿਹ ਸਿੰਘ ਤੋਂ ਮਾਤਾ ਗੁਜਰ ਕੌਰ ਦੇ ਬਰਾਬਰ ਭੱਜ ਨਹੀਂ ਹੋ ਰਿਹਾ, ਤੁਰ ਨਹੀਂ ਹੋ ਰਿਹਾ, ਕੋਈ ਕਦਮ ਛੋਟੇ ਨੇ ਬਾਬਾ ਫਤਿਹ ਸਿੰਘ ਦੇ। ਤੇ ਮਾਤਾ ਗੁਜਰ ਕੌਰ ਨੇ ਕੰਮ ਕੀਤਾ ਜੀ, ਇੱਕ ਆਖਿਆ ਬਾਬਾ ਫਤਿਹ ਸਿੰਘ ਨੂੰ ਕਿ ਤੂੰ ਮੇਰੀ ਗੋਦੀ ਆ ਜਾ। ਸੁਣਿਓ ਜੀ ਧਿਆਨ ਨਾਲ, ਤੂੰ ਮੇਰੀ ਗੋਦੀ ਆ ਜਾ ਤੇ ਜ਼ੋਰਾਵਰ ਸਿੰਘ ਦੌੜ ਲੇਗਾ, ਭੱਜ ਲੇਗਾ ਤੇ ਮੈਂ ਤੈਨੂੰ ਗੋਦੀ ਚੁੱਕ ਕੇ ਭੱਜ ਲਾਂਗੀ। ਆਪਣੇ ਪੋਤਰੇ ਨੂੰ ਬੜੇ ਪਿਆਰ ਨਾਲ, ਬੜੇ ਚਾਅ ਨਾਲ, ਬੜੇ ਲਾਡ ਨਾਲ, ਇਹ ਸਾਰੀ ਤਸਵੀਰ ਤੁਸੀਂ ਆਪਣੀ ਅੱਖਾਂ ਸਾਹਮਣੇ ਬਣਾਓਗੇ ਨਾ, ਫਿਰ ਆਨੰਦ ਆਏਗਾ। ਜਦੋਂ ਮਾਤਾ ਜੀ ਨੇ ਆਪਣੀ ਗੋਦੀ ਚੁੱਕਿਆ, ਸੀਨੇ ਨਾਲ ਲਾਇਆ ਜੀ, ਤੇ ਹੁਣ ਫੇਰ ਮਾਤਾ ਗੁਜਰ ਕੌਰ ਦੌੜ ਰਹੀ ਹੈ ਤੇਜ਼ੀ ਨਾਲ। ਜੰਗਲਾਂ ਨੂੰ ਚੀਰਦੇ ਜਾਣਾ ਸੀਗਾ, ਕੰਡਿਆਂ ਨੂੰ ਮਿੱਧਦੇ ਜਾਣਾ ਸੀਗਾ, ਪਿੱਛੇ ਦੁਸ਼ਮਣ ਆ, ਅੱਗੇ ਰਾਹ ਕੋਈ ਨਹੀਂ ਹੈ। ਜਦੋਂ ਮਾਤਾ ਗੁਜਰ ਕੌਰ ਦੌੜ ਰਹੀ ਸੀ ਨਾ ਜੀ, ਤੇ ਠੇਡਾ ਵੱਜਿਆ ਤੇ ਮਾਤਾ ਗੁਜਰ ਕੌਰ ਡਿੱਗੀ। ਜਦੋਂ ਮਾਤਾ ਜੀ ਡਿੱਗੇ ਨਾ ਜੀ, ਤੇ ਬਾਬਾ ਫਤਿਹ ਸਿੰਘ ਜੀ ਵੀ ਦੂਰ ਜਾ ਕੇ ਡਿੱਗੇ। ਬਾਬਾ ਜ਼ੋਰਾਵਰ ਸਿੰਘ ਕੋਲ ਖਲੋਤੇ ਤੇ ਬਾਬਾ ਫਤਿਹ ਸਿੰਘ ਇੱਕੋ ਲਖਤ ਉੱਠੇ ਤੇ ਆ ਕੇ ਆਪਣੀ ਮਾਂ ਨੂੰ ਗਲ ਵਕੜੀ ਲੈ ਲਿਆ ਤੇ ਆਪਣੀ ਦਾਦੀ ਨੂੰ ਗਲ ਵਕੜੀ ਘੁੱਟ ਕੇ ਜਦੋਂ ਗਲ ਨਾਲ ਲਿੱਤਾ ਨਾ, ਤੇ ਕੰਨ ਵਿੱਚ ਹੌਲੀ ਜਿਹੀ ਇੱਕ ਸਵਾਲ ਕੀਤਾ ਕਿ ਦਾਦੀ ਕਿਤੇ ਸੱਟ ਤਾਂ ਨਹੀਂ ਵੱਜੀ। ਬੜੇ ਪਿਆਰ ਨਾਲ ਤੋਤਲੀ ਜੀ ਆਵਾਜ਼ 'ਚ, ਦਾਦੀ ਕਿਤੇ ਸੱਟ ਤਾਂ ਨਹੀਂ ਵੱਜੀ ਹੈ। ਤੇ ਦਾਦੀ ਨੇ ਬਹੁਤ ਕਮਾਲ ਦਾ ਉੱਤਰ ਦਿੱਤਾ, ਕਹਿੰਦੀ ਫਤਿਹ ਸਿਆ, ਇਹ ਸਰੀਰ ਦੀਆਂ ਸੱਟਾਂ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਹੈ, ਇਹਨਾਂ ਦਾ ਕੋਈ ਦਰਦ ਨਹੀਂ ਹੈ, ਇਹਨਾਂ ਦਾ ਕੋਈ ਤਕਲੀਫ ਨਹੀਂ ਹੈ। ਪੁੱਤਰ ਮੈਂ ਬਹੁਤ ਸੱਟਾਂ ਮਨ ਦੀਆਂ ਜਰੀਆਂ ਆ ਤੇ ਅਗਾਂਹ ਜਾ ਕੇ ਹੋਰ ਬਹੁਤ ਮਨ ਦੀਆਂ ਸੱਟਾਂ ਜਰਨੀਆਂ ਆ। ਇੱਕ ਦਿਨ ਉਹ ਸੱਟ ਜਰੀ ਜਿੱਦਣ ਤੇਰੇ ਦਾਦੇ ਨੂੰ ਆਨੰਦਪੁਰ ਸਾਹਿਬ ਤੋਂ ਦਿੱਲੀ ਤੋਰਿਆ। ਕਿਤੇ ਛੋਟੀ ਸੱਟ ਸੀਗੀ ਕਿ ਆਪਣੇ ਸੁਹਾਗ ਨੂੰ ਦਿੱਲੀ ਦੀ ਧਰਤੀ ਵੱਲ ਤੋਰ ਦੇਣਾ। ਪਤਾ ਆ ਕਿ ਔਰੰਗਜ਼ੇਬ ਬੜਾ ਨਿਰਦਈ ਹੈ, ਬੜਾ ਜ਼ੁਲਮ ਕਰੇਗਾ, ਨਹੀਂ ਮੇਰੇ ਪਤੀ ਵਾਪਸ ਆਉਣਗੇ, ਪਰ ਕਿਸੇ ਦਾ ਸੁਹਾਗ ਬਚਾਉਣ ਵਾਸਤੇ ਮੈਂ ਆਪਣਾ ਸੁਹਾਗ ਉਜਾੜਿਆ। ਉਦਣ ਮੈਂ ਆਪਣੇ ਮਨ ਤੇ ਸੱਟ ਸਹੀ, ਮੈਂ ਤਾਂ ਉਦਣ ਸੀ ਨਹੀਂ ਕੀਤੀ। ਦੂਜੀ ਮੈਂ ਸੱਟ ਜਰੀ ਜਿੱਦਣ ਤੇਰੇ ਦਾਦੇ ਦਾ ਸੀਸ ਮੇਰੇ ਸਾਹਮਣੇ ਆਇਆ ਹੋਵੇ ਤੇ ਮੈਂ ਫਿਰ ਆਪਣੀ ਅੱਖਾਂ ਦੇ ਨਾਲ ਆਪਣੇ ਪਤੀ ਦਾ ਸੀਸ ਦੇਖਿਆ ਧੜ ਤੋਂ ਬਗੈਰ। ਉਦਣ ਮੈਂ ਫਿਰ ਮਨ ਦੀ ਸੱਟ ਜਰੀ, ਉਦਣ ਵੀ ਮੈਂ ਸੀ ਨਹੀਂ ਕੀਤੀ। ਆ ਮੇਰਾ ਆਨੰਦਪੁਰ ਸਾਹਿਬ ਉਜੜ ਗਿਆ ਮੇਰੀ ਅੱਖਾਂ ਦੇ ਸਾਹਮਣੇ। ਇੱਥੇ ਮੇਰੀਆਂ ਨੂੰਹਾਂ ਰਹਿੰਦੀਆਂ ਸਨ, ਮੇਰੇ 4 ਪੋਤਰੇ ਮੇਰੇ ਕੋਲ ਸੀ। 32 ਸਾਲਾਂ ਦੀ ਤਪੱਸਿਆ ਤੋਂ ਬਾਅਦ
ਇੱਕ ਪੁੱਤਰ ਮੇਰੀ ਝੋਲੀ ਵਿੱਚ ਉਸ ਰੱਬ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਇਆ ਸੀਗਾ। ਆਪਣੀ ਅੱਖਾਂ ਦੇ ਸਾਹਮਣੇ ਆਨੰਦਪੁਰ ਉਜੜਦਾ ਦੇਖ ਲਿਆ, ਆਪਣੀ ਅੱਖਾਂ ਦੇ ਸਾਹਮਣੇ ਆਪਣਾ ਪਰਿਵਾਰ ਖੇਰੂ ਖੇਰੂ ਹੁੰਦਾ ਦੇਖ ਲਿਆ। ਪਤਾ ਨਹੀਂ ਮੇਰੇ ਵੱਡੇ ਪੋਤਰੇ ਕਿੱਥੇ ਆ, ਪਤਾ ਨਹੀਂ ਮੇਰਾ ਪੁੱਤਰ ਕਿੱਥੇ ਆ, ਪਤਾ ਨਹੀਂ ਮੇਰੀ ਨੂੰਹਾਂ ਕਿੱਥੇ ਆ, ਪਤਾ ਨਹੀਂ ਆਪਣਾ ਰਾਹ ਕਿੱਥੇ ਆ, ਆਪਾਂ ਕਿੱਥੇ ਜਾਣਾ। ਹਲੇ ਇਹ ਨਹੀਂ ਪਤਾ ਤੁਹਾਡੇ ਨਾਲ ਕੀ ਬਣਨੀ ਆ, ਮੇਰੇ ਨਾਲ ਕੀ ਬਣਨੀ ਆ। ਪੁੱਤਰ ਪਤਾ ਨਹੀਂ ਮੈਂ ਕਿੰਨੀਆਂ ਕੁ ਸੱਟਾਂ ਹੋਰ ਜਰਨੀਆਂ ਆ। ਉਹ ਇਹ ਤਾਂ ਤਨ ਦੀ ਸੱਟਾਂ, ਆਉਣ ਵਾਲੀਆਂ ਸੱਟਾਂ ਵੀ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਜਰਾਂਗੀ ਜ਼ਰੂਰ, ਪਰ ਆਪਣੇ ਮੁਖ ਤੋਂ ਇੱਕ ਵਾਰੀ ਸੀ ਤੱਕ ਨਹੀਂ ਕਵਾਂਗੀ। ਮਾਤਾ ਗੁਜਰ ਕੌਰ ਨੇ ਆਪਣੇ ਫੇਰ ਬੱਚੇ ਨੂੰ ਚੁੱਕਿਆ ਜੀ ਤੇ ਫੇਰ ਤੁਰ ਪਏ। ਤੇ ਬਾਬਾ ਜ਼ੋਰਾਵਰ ਸਿੰਘ ਨੇ ਪਤਾ ਕੀ ਕੀਤਾ ਜੀ, ਨੰਨੇ ਨੰਨੇ ਹੱਥਾਂ ਦੇ ਨਾਲ ਨਾ ਆਪਣੀ ਕਿਰਪਾਨ, ਆਪਣੀ ਸ਼੍ਰੀ ਸਾਹਿਬ ਕੱਢ ਲਈ ਬਾਬਾ ਜ਼ੋਰਾਵਰ ਸਿੰਘ ਨੇ, ਤੇ ਇਦਾਂ ਪਕੜ ਲਈ। ਥੋੜਾ ਜਿਹਾ ਤਸਵੀਰ ਦੇਖਿਓ, ਇਦਾਂ ਪਕੜ ਲਈ ਹੈ। ਤੇ ਦਾਦੀ ਨੂੰ ਕਿਹਾ, ਦਾਦੀ ਮੇਰੀ ਉਂਗਲੀ ਛੱਡ ਦੇ, ਮੈਂ ਅਗਾਂਹ ਅਗਾਂਹ ਤੁਰਨਾ ਹੈ। ਤੇ ਦਾਦੀ ਨੇ ਪੁੱਛਿਆ, ਉਹ ਜ਼ੋਰਾਵਰ ਤੂੰ ਇਹ ਕਿਰਪਾਨ ਕਿਉਂ ਕੱਢੀ ਆ, ਇਹ ਸ਼੍ਰੀ ਸਾਹਿਬ ਕਿਉਂ ਕੱਢੀ ਆ। ਦਾਦੀ, ਕਦੇ ਅਸੀਂ 4 ਭਰਾ ਤੇ ਪਿਤਾ ਜੀ ਸਾਡੇ ਨਾਲ ਬਾਹਰ ਅਸੀਂ ਸ਼ਿਕਾਰ ਖੇਡਣ ਜਾਂਦੇ ਸੀ ਨਾ, ਤੇ ਪਿਤਾ ਜੀ ਕਿਰਪਾਨ ਕੱਢਦੇ ਹੁੰਦੇ ਸੀਗੇ, ਆਖਦੇ ਸਨ ਤੁਸੀਂ ਚਾਰੇ ਮੇਰੇ ਪੁੱਤਰੋ, ਚਾਰੇ ਛੋਟੇ ਹੋ, ਤੁਹਾਡੀ ਰਖਵਾਲੀ ਮੈਂ ਕਰਾਂਗਾ। ਤੇ ਕਦੇ ਅਸੀਂ ਚਾਰਾਂ ਨੇ ਜਾਣਾ ਬਾਹਰ, ਤੇ ਬਾਬਾ ਅਜੀਤ ਸਿੰਘ ਨੇ, ਵੱਡੇ ਭਰਾ ਅਜੀਤ ਸਿੰਘ ਨੇ ਕਿਰਪਾਨ ਕੱਢਣੀ, ਤੇ ਉਹਨੇ ਆਖਣਾ ਮੈਂ ਵੱਡਾ ਆ, ਤੁਹਾਡੀ ਤਿੰਨਾਂ ਦੀ ਰਖਵਾਲੀ ਮੈਂ ਕਰਾਂਗਾ। ਕਦੇ ਤਿੰਨਾਂ ਨੇ ਅਸੀਂ ਬਾਹਰ ਜਾਣਾ, ਤੇ ਬਾਬਾ ਜੁਝਾਰ ਸਿੰਘ ਨੇ ਕਿਰਪਾਨ ਕੱਢਣੀ, ਉਹਨੇ ਆਖਣਾ ਤੁਹਾਡੇ ਤਿੰਨਾਂ ਦੇ ਵਿੱਚੋਂ ਮੈਂ ਵੱਡਾ, ਹੁਣ ਤੁਹਾਡੀ ਰੱਖਿਆ ਮੈਂ ਕਰਾਂਗਾ। ਅੱਜ ਅਸੀਂ 2 ਹੈ, ਫਤਿਹ ਸਿੰਘ ਤੇ ਮੈਂ ਵੱਡਾ ਨਾ ਫਤਿਹ ਸਿੰਘ ਤੋਂ, ਤੇ ਹੁਣ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਰਪਾਨ ਮੈਂ ਕੱਢੀ ਹੈ ਤੇ ਫਤਿਹ ਸਿੰਘ ਦੀ ਰਖਵਾਲੀ ਮੈਂ ਕਰਾਂਗਾ। ਕੋਈ ਦੁਸ਼ਮਣ ਆਏਗਾ, ਕੋਈ ਜਾਨਵਰ ਆਏਗਾ, ਕੋਈ ਵੀ ਆਏਗਾ, ਮੈਂ ਆਪਣੇ ਭਰਾ ਦੇ ਮੂਹਰੇ ਹਿੱਕ ਡਾ ਕੇ ਖੜਾਂਗਾ ਕਿ ਮੇਰੇ ਭਰਾ ਤੱਕ ਪਹੁੰਚਣ ਤੋਂ ਪਹਿਲਾਂ ਮੇਰੇ ਨਾਲ ਆ ਕੇ ਟੱਕਰਾ ਕਰੋ। ਐਸੀਆਂ ਖੇਡਾਂ ਖੇਡਦੇ ਖੇਡਦੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਰਾਹ ਦੇ ਉੱਤੇ ਤੁਰੇ ਜਾਂਦੇ ਆ ਜੀ। ਕਿਤੇ ਥੋੜੀ ਜਿਹੀ ਝਾੜੀ ਦੇਖੀ, ਜਿੱਥੇ ਦੇਖਿਆ ਕਿ ਇੱਥੇ ਹੁਣ ਥੋੜਾ ਜਿਹਾ ਦੂਰ ਆ ਗਏ ਆ। ਉਸ ਰਾਤ ਝਾੜੀ ਵਿੱਚ ਬੈਠ ਕੇ, ਝਾੜੀਆਂ ਵਿੱਚ ਬੈਠ ਕੇ ਇਹਨਾਂ ਨੇ ਆਪਣੀ ਰਾਤ ਉੱਥੇ ਗੁਜ਼ਾਰ ਕੀਤੀ, ਪੂਰੀ ਦੀ ਪੂਰੀ ਰਾਤ। ਉੱਪਰੋਂ ਮੀਂਹ ਦੀਆਂ ਕਣੀਆਂ ਪੈ ਰਹੀਆਂ ਆ, ਹੇਠਾਂ ਪਤਾ ਨਹੀਂ ਕਿੰਨੇ ਕੁ ਕੰਢੇ ਨੇ, ਤੇ ਝਾੜੀਆਂ ਵਿੱਚ ਬਹਿ ਕੇ ਛੋਟੇ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰ ਕੌਰ ਨੇ ਅੰਮ੍ਰਿਤ ਵੇਲਾ, ਜਿੰਨਾ ਟਾਈਮ ਪੂਰਾ ਪ੍ਰਕਾਸ਼ ਨਹੀਂ ਹੋ ਜਾਂਦਾ, ਸੂਰਜ ਦੀਆਂ ਕਿਰਨਾਂ ਬਾਹਰ ਨਹੀਂ ਆਈਆਂ, ਉਹਨਾਂ ਟਾਈਮ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਸਰਸਾ ਦੇ ਕਿਤੇ ਕੰਢੇ ਲੱਗੇ ਹੋਏ ਇਹ ਆਪਣਾ ਸਾਰੀ ਰਾਤ ਉੱਥੇ ਬਤੀਤ ਕਰਦੇ ਆ। ਕੱਲ੍ਹ ਨੂੰ ਆਪਾਂ ਦੇਖਾਂਗੇ ਕਿ 7 ਪੋਹ ਦਾ ਦਿਨ ਚੜ੍ਹੇਗਾ ਜੀ, ਤੇ 7 ਪੋਹ ਦਾ ਜਦੋਂ ਦਿਨ ਚੜ੍ਹਨਾ ਆ, ਤੇ ਇੱਕ ਪਾਸੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦਾ ਸਫ਼ਰ ਦੇਖਣਾ, ਤੇ ਇੱਕ ਸਫ਼ਰ ਦਿੱਲੀ ਦੀ ਧਰਤੀ ਨੂੰ ਰਵਾਨਾ ਹੋਣਾ, ਤੇ ਜਿਹੜਾ ਤੀਜਾ ਸਫ਼ਰ ਹੈ, ਕਿਉਂਕਿ ਇੱਥੇ ਲੜਦੇ ਹੋਏ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੁੰਦੇ ਆ, ਉਹਨਾਂ ਨੂੰ ਅੱਗੇ ਰੋਪੜ ਕੋਟਲਾ ਨਿਹੰਗ ਖਾਂ ਦੇ ਪਿੰਡ ਨਿਹੰਗ ਖਾਂ ਦੇ ਘਰੇ ਲੈ ਕੇ ਜਾਣਾ ਆ। ਤੇ ਇੱਥੇ ਭਾਈ ਉਦੇ ਸਿੰਘ ਲੜਦਾ ਸ਼ਹੀਦੀ ਦਾ ਜਾਮ ਪੀ ਗਿਆ, ਇੱਥੇ ਭਾਈ ਜੀਵਨ ਸਿੰਘ ਲੜਦਾ ਹੋਇਆ ਸ਼ਹੀਦੀ ਦਾ ਜਾਮ ਪੀ ਗਿਆ, ਮਾਤਾ ਸੁਪਿੱਖੀ ਇੱਥੇ ਲੜਦੀ ਹੋਈ, ਭਾਈ ਗੱਜਣ ਸਿੰਘ ਦੀ ਧੀ ਇੱਥੇ ਲੜਦੀ ਹੋਈ ਸ਼ਹੀਦੀ ਦਾ ਜਾਮ ਪੀ ਗਈ। ਇੱਥੇ ਇੱਕ ਹੋਰ ਬਾਬਾ ਜ਼ੋਰਾਵਰ ਸਿੰਘ ਜੀ, ਜਿਨ੍ਹਾਂ ਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਲਿਆ ਸੀਗਾ, ਸਤਿਗੁਰ ਦੇ ਪੁੱਤਰ ਨੇ, ਨਾਮ ਰੱਖਿਆ ਸੀ ਜ਼ੋਰਾਵਰ ਸਿੰਘ, ਇਹ ਵੀ ਇੱਥੇ ਲੜਦੇ ਹੋਏ ਜ਼ਖਮੀ ਹੁੰਦੇ ਆ। ਇਹਨਾਂ ਨੂੰ ਗੋਬਿੰਦਗੜ੍ਹ ਦੇ ਨੇੜੇ ਡਡਹੇਰੀ ਪਿੰਡ ਉੱਥੇ ਪਹੁੰਚਾਇਆ ਜਾਂਦਾ ਆ, ਤੇ ਕਈ ਸਮਾਂ ਉੱਥੇ ਰਹਿਣ ਤੋਂ ਬਾਅਦ ਜਦੋਂ ਫਿਰ ਠੀਕ ਹੁੰਦੇ ਆ, ਤੇ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਫਿਰ ਬਾਬਾ ਜ਼ੋਰਾਵਰ ਸਿੰਘ ਫਿਰ ਸ਼ਮੂਲੀਅਤ ਕਰਦੇ ਆ। ਫਿਰ ਕਹਿੰਦੇ ਇਹ ਪੁੱਤਰ ਨਹੀਂ ਹੈ, ਇਹ ਗੁਰੂ ਦਾ ਸਿੱਖ ਹੈ, ਗੁਰੂ ਨੇ ਪਾਲਿਆ ਹੋਇਆ, ਆਪਣੇ ਪੁੱਤਰਾਂ ਦੀ ਉਮਰ ਕਰਕੇ ਸਤਿਕਾਰ ਵਜੋਂ ਸਿੱਖ ਜਗਤ ਨੇ ਬਾਬਾ ਜ਼ੋਰਾਵਰ ਸਿੰਘ ਕਹਿ ਕੇ ਇਹਨਾਂ ਨੂੰ ਸਤਿਕਾਰ ਦਿੱਤਾ। ਇਹ ਤੋਂ ਅਗਲਾ ਸਫ਼ਰ ਆਪਾਂ ਕੱਲ ਤੈਅ ਕਰਾਂਗੇ ਜੀ, ਸਤਿਗੁਰ ਕਿਰਪਾ ਕਰਨ। ਛੋਟੀ ਜੀ ਬੇਨਤੀ ਕਰਨੀ ਹੈ ਜੀ ਸੰਗਤ ਜੀ, ਆਪ ਜੀ ਨਾਲ ਬੜੀ ਜ਼ਰੂਰੀ ਹੈ, ਧਿਆਨ ਦੇ ਕੇ ਸੁਣਿਓ। ਮਾਹੌਲ ਬਣ ਗਿਆ ਜੀ, ਆਪ ਜੋ ਦੇਖ ਰਹੇ ਆ ਕਿ ਰੋਜ਼ ਗੁਰੂ ਗ੍ਰੰਥ ਸਾਹਿਬ ਮਾਲਕ ਦੀ ਬੇਅਦਬੀਆਂ ਹੋ ਰਹੀਆਂ। ਇਸ ਗੱਲ ਨੂੰ ਥੋੜਾ ਜਿਹਾ ਇਕਾਗਰ ਚਿੱਤ ਹੋ ਕੇ ਸੁਣਿਓ। ਇਹ ਇਕੱਲੀਆਂ ਡਿਊਟੀਆਂ ਸਾਡੀਆਂ ਨਹੀਂ ਹੈਗੀਆਂ ਜੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ, ਪਹਿਲਾਂ ਤਾਂ ਮੈਂ ਇਹ ਸ਼ਬਦ ਵਰਤੂੰਗਾ, ਸਾਡੀ ਕਿਸੇ ਦੀ ਔਕਾਤ ਨਹੀਂ ਹੈ ਕਿ ਅਸੀਂ ਰਖਵਾਲੀ ਕਰਨੀ ਹੈ ਗੁਰੂ ਦੀ। ਹਾਂ, ਸਾਡੀ ਨਹੀਂ ਔਕਾਤ ਹੈ ਜੀ, ਹਾਂ, ਪਰ ਸਾਡੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਕੱਲੀ ਸਟਾਫ ਦੀ ਨਹੀਂ ਹੈ, ਕੱਲੀ ਕਮੇਟੀ ਦੀ ਨਹੀਂ ਹੈ, ਜਿੰਨੇ ਤੁਸੀਂ ਗੁਰੂ ਨਾਨਕ ਲੇਵਾ ਸਿੱਖੋ ਸਾਰਿਆਂ ਦੀ ਜ਼ਿੰਮੇਵਾਰੀ ਹੈ।
2 ਮਹੀਨੇ ਵੋਟਾਂ ਦੇ ਨੇ। ਦਰਬਾਰ ਸਾਹਿਬ ਏਡੀ ਵੱਡੀ ਜਗ੍ਹਾ ਦੇ ਉੱਤੇ ਬੰਦਾ ਸ਼ਰਾਰਤ ਕਰ ਗਿਆ ਤੇ ਸਵੇਰੇ ਕਪੂਰਥਲੇ ਨਿਜ਼ਾਮਪੁਰ ਪਿੰਡ ਦੇ ਵਿੱਚ ਸ਼ਰਾਰਤ ਕਰ ਗਿਆ। ਦੇਖੋ ਦੋਨੇ ਪੱਖ, ਵੀਰ ਜੀ ਨਾਲ ਮੈਂ ਗੱਲ ਕਰਦਾ ਸੀ, ਦੋਨੇ ਪੱਖ ਨੇ। ਇੱਕ ਐਟ ਏ ਟਾਈਮ ਬੰਦਾ ਝਟਕਾ ਦੇਣਾ, ਸਾਨੂੰ ਸੰਤੁਸ਼ਟੀ ਮਿਲਦੀ ਹੈ ਕਿ ਠੀਕ ਹੈ, ਨਾ ਕੋਈ ਅਦਾਲਤ ਨਾ ਕੋਈ ਕੇਸ ਲੈਣਾ ਦੇਣਾ, ਨਿਬੜ ਗਿਆ। ਪਰ ਇੱਕ ਗੱਲ ਯਾਦ ਰੱਖਿਓ, ਏਜੰਸੀਆਂ ਦੇ ਸਾਹਮਣੇ ਅਸੀਂ ਨੌਜਵਾਨ ਫਿਰ ਟਾਰਗੇਟ ਹੋ ਰਹੇ ਹਾਂ, ਕਿਤੇ 84 ਵਾਲਾ ਮਾਹੌਲ ਨਾ ਫਿਰ ਬਣ ਜਾਵੇ। ਇਸ ਕਰਕੇ ਏਡੀ ਕੁ ਸਾਵਧਾਨੀ ਰੱਖਣੀ ਹੈ ਕਿ ਸਾਰਾ ਕੁਝ ਮਾਹੌਲ ਬਾਅਦ ਚੋਂ ਸਮੇਟਣ ਦੀ ਥਾਂ ਤੇ ਅਸੀਂ ਪਹਿਲਾਂ ਜ਼ਿੰਮੇਵਾਰੀ ਸਾਂਭ ਲਈਏ ਕਿ ਅਸੀਂ ਐਸੀ ਘਟਨਾ ਅਸੀਂ ਹੋਣ ਹੀ ਨਹੀਂ ਦੇਣੀ ਹੈ। ਮੰਨ ਲਓ ਤੁਹਾਡੇ ਚੋਂ ਕੋਈ ਬਾਅਦ ਚੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦਾ ਆ, ਨਹੀਂ ਸਾਡੇ ਵਿੱਚੋਂ ਕੋਈ ਹੈ ਸਟਾਫ ਦੇ ਵਿੱਚੋਂ, ਆਪਣੀ ਜ਼ਿੰਮੇਵਾਰੀ ਸਮਝੋ, ਕੁੰਡਾ ਬੰਦ ਕਰ ਦਿਓ। ਪਤਾ ਕਿ ਉਰੇ ਹੁਣ ਹੈ ਨਹੀਂ ਹੈ ਕੋਈ, ਇਹ ਨਹੀਂ ਹੈ ਕਿ ਸੇਵਾਦਾਰਾਂ ਨੇ ਬੰਦ ਕਰਨੇ, ਇਹ ਨਹੀਂ ਹੈ ਕਿ ਭਾਈ ਸਾਹਿਬ ਨੇ ਬੰਦ, ਆਪਣੀ ਜ਼ਿੰਮੇਵਾਰੀ ਕਿ ਹੁਣ ਨਹੀਂ ਉਰੇ ਕੋਈ ਹੈ, ਸ਼ਾਇਦ ਇੱਥੇ ਸੌਂ ਗਏ ਨੇ, ਸ਼ਾਇਦ ਕਿਤੇ ਕੰਮ ਚਲੇ ਗਏ ਆ, ਸਾਨੂੰ ਪਤਾ ਕਿ 10:30 11 ਦਾ ਸਮਾਂ ਹੋ ਗਿਆ, ਅਸੀਂ ਕੁੰਡਾ ਬੰਦ ਕਰ ਦਈਏ, ਚਾਬੀ ਬੰਦ ਕਰਕੇ ਅੰਤ ਕਿਤੇ ਮਰਜ਼ੀ ਰੱਖ ਦਿਓ। ਇਹ ਸਭ ਦੀ ਜ਼ਿੰਮੇਵਾਰੀ ਹੈ ਜੀ ਆਪਣੀ। ਉਹ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਕੱਲਾ ਭਾਈਆਂ ਦਾ, ਕੱਲਾ ਸੇਵਾਦਾਰਾਂ ਦਾ, ਕੱਲਾ ਕਮੇਟੀ ਦਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਮਾਲਕ ਸਾਰਿਆਂ ਦਾ। ਇੱਕ ਗੱਲ ਮੈਂ ਫੇਰ ਕਹਾਂਗਾ ਜੀ, ਹਰਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਾਲਕ ਸਿੱਖਾਂ ਦਾ ਦਿਲ ਹੈ। ਫਿਰ ਰਿਪੀਟ ਕਰਨ ਲੱਗਾ ਜੀ, ਹਰਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਸਿੱਖਾਂ ਦਾ ਦਿਲ ਹੈ। ਤੇ ਜੇ ਕੋਈ ਸਿੱਖਾਂ ਦੇ ਦਿਲ ਤੇ ਪੈਰ ਰੱਖਣ ਦੀ ਕੋਸ਼ਿਸ਼ ਕਰੇਗਾ, ਫਿਰ ਉਹ ਆਪਣੀ ਜੀਣ ਦੀ ਆਸ ਛੱਡ ਦੇਵੇ, ਫਿਰ ਜੀਣ ਦੀ ਆਸ ਨਹੀਂ। ਇੱਥੇ ਅਬਦਾਲੀ ਵਰਗੇ ਆਏ, ਇੱਥੇ ਮੀਰ ਮੰਨੂ ਵਰਗੇ ਆਏ, ਇੱਥੇ ਇੰਦਰਾ ਵਰਗੇ ਆਏ, ਇੱਥੇ ਅੱਜ ਦੇ ਵੀ ਆ ਰਹੇ ਨੇ, ਇੱਥੇ ਬੜੇ ਆਉਣਗੇ ਜੀ। ਉਹਨਾਂ ਨੂੰ ਸਤਿਗੁਰ ਨੇ ਆਪ ਸੇਵਾ ਲੈ ਕੇ ਕੋਈ ਨਾ ਕੋਈ ਕਾਰਜ ਸਤਿਗੁਰ ਨੇ ਕਰਵਾ ਲੈਣਾ ਆ। ਪਰ ਹੱਥ ਜੋੜ ਕੇ ਮੇਰਾ ਤਰਲਾ ਹੈ ਜੀ ਆਪ ਸਾਰੀ ਸੰਗਤ ਦੇ ਚਰਨਾਂ 'ਚ ਕਿ ਆਪਣੀ ਆਪਣੀ ਜ਼ਿੰਮੇਵਾਰੀ ਸਮਝਿਓ ਕਿ ਐਸੀ ਮੰਦਭਾਗੀ ਘਟਨਾ ਕੋਈ ਸਾਡੇ ਇਲਾਕੇ ਵਿੱਚ ਨਾ ਹੋਵੇ। ਜਦੋਂ ਆਪਾਂ ਸਾਰੇ ਸੁਚੇਤ ਹੋਵਾਂਗੇ, ਸਾਰੇ ਜ਼ਿੰਮੇਵਾਰੀ ਸਮਝਾਂਗੇ, ਉਦੋਂ ਮੈਨੂੰ ਪਤਾ ਕਿ ਐਸਾ ਕੁਝ ਵੀ ਮਾਲਕ ਕਰੇ ਸਾਡੇ ਨਾਲ ਨਹੀਂ ਹੋਏਗਾ। ਸਤਿਗੁਰ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।